ਹੈਲੋ ਸਟੂਡੈਂਟਸ। ਬੇਟਾ ਅੱਜ ਆਪਾਂ ਟੌਪਿਕ ਕਰਨਾ ਆ ਆਰਗੈਨਿਕ ਕੈਮਿਸਟਰੀ ਦਾ ਹੀ ਆ, ਠੀਕ ਹੈ। ਆਈਸੋਮਰਿਜ਼ਮ ਕਿਆ ਹੁੰਦੀ ਆ? ਆਈਸੋਮਰਸ ਜਿਹੜੇ ਆ ਉਹਨਾਂ ਨੂੰ ਡਰਾਅ ਕਰਕੇ ਦੇਖਣਾ, ਠੀਕ ਹੈ, ਵਿਦ ਐਗਜ਼ਾਮਪਲਸ। ਫਸਟ ਆ ਜਾਂਦੀ ਆਈਸੋਮਰਿਜ਼ਮ ਹੁੰਦੀ ਕੀ ਹੈ, ਕਹਿੰਦਾ ਟੂ ਔਰ ਮੋਰ ਕੰਪਾਊਂਡਸ, ਠੀਕ ਹੈ ਨਾ, ਟੂ ਔਰ ਮੋਰ ਕੰਪਾਊਂਡਸ ਹੈਵਿੰਗ ਸੇਮ ਮੋਲੀਕੂਲਰ ਫਾਰਮੂਲਾ, ਕਿ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੋਵੇ ਬਟ ਡਿਫਰੈਂਟ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼, ਬਟ ਉਹਨਾਂ ਦੀਆਂ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਵੱਖਰੀਆਂ ਵੱਖਰੀਆਂ ਹੋਣ, ਉਹਨਾਂ ਨੂੰ ਆਪਾਂ ਕਿਆ ਬੋਲਦੇ ਪਏ ਆ? ਆਈਸੋਮਰਸ। ਅਤੇ ਉਹ ਜਿਹੜਾ ਪ੍ਰੋਸੈਸ ਆ, ਉਹ ਫਿਨੋਮੇਨਾ, ਉਹਨੂੰ ਆਪਾਂ ਬੋਲਦੇ ਪਏ ਆ ਆਈਸੋਮਰਿਜ਼ਮ। ਇਹ ਟੂ ਟਾਈਪਸ ਦੇ ਹੁੰਦੇ, ਇੱਕ ਹੁੰਦੀ ਹੈ ਸਟਰਕਚਰਲ ਆਈਸੋਮਰਿਜ਼ਮ, ਠੀਕ ਹੈ, ਅਤੇ ਦੂਸਰੀ ਹੁੰਦੀ ਆ ਸਟੀਰੀਓ ਆਈਸੋਮਰਿਜ਼ਮ, ਠੀਕ ਹੈ। ਸਟੀਰੀਓ ਜਾਂ ਸਪੇਸ ਆਈਸੋਮਰਿਜ਼ਮ, ਸਪੇਸ ਔਰ ਸਟੀਰੀਓ ਆਈਸੋਮਰਿਜ਼ਮ। ਠੀਕ ਹੈ। ਤੇ ਸਭ ਤੋਂ ਪਹਿਲਾਂ ਆਪਾਂ ਕਰਨੀ ਆ ਸਟਰਕਚਰਲ ਆਈਸੋਮਰਿਜ਼ਮ, ਜਿਹੜੀ ਉਹਨੂੰ ਚੰਗੀ ਤਰ੍ਹਾਂ ਕਰਨਾ। ਹੈਡਿੰਗ ਸਾਡਾ ਹੈਗਾ ਸਟਰਕਚਰਲ ਆਈਸੋਮਰਿਜ਼ਮ। ਸਟਰਕਚਰਲ ਆਈਸੋਮਰਿਜ਼ਮ ਜਿਹੜੀ ਹੁੰਦੀ ਹੈ, ਅੱਗੇ ਫਰਦਰ ਜਿਹੜੇ ਟਾਈਪਸ ਦੀ ਹੁੰਦੀਆਂ, ਪਹਿਲਾਂ ਆਪਾਂ ਉਹਨਾਂ ਨੂੰ ਇੱਕ ਵਾਰੀ ਨੋਟ ਕਰ ਲਵਾਂਗੇ। ਫਸਟ ਹੁੰਦੀ ਹੈ ਚੇਨ ਆਈਸੋਮਰਿਜ਼ਮ, ਜਾਂ ਇਹਨੂੰ ਬੋਲਦੇ ਆ ਸਕੈਲਟਲ ਆਈਸੋਮਰਿਜ਼ਮ। ਚੇਨ ਔਰ ਸਕੈਲਟਲ ਆਈਸੋਮਰਿਜ਼ਮ, ਠੀਕ ਹੈ। ਦੂਸਰੀ ਹੁੰਦੀ ਹੈ ਪੋਜੀਸ਼ਨ ਆਈਸੋਮਰਿਜ਼ਮ। ਇਹਨਾਂ ਨੂੰ ਪਹਿਲਾਂ ਨੇਮ ਦੇਖ ਲੈਣੇ ਆ ਤੁਸੀਂ, ਕਿਹੜੀ ਕਿਹੜੀ ਹੁੰਦੀ ਹੈ। ਪੋਜੀਸ਼ਨ ਆਈਸੋਮਰਿਜ਼ਮ। ਥਰਡ ਆ ਜਾਂਦੀ ਆ ਫੰਕਸ਼ਨਲ ਆਈਸੋਮਰਿਜ਼ਮ। ਫੋਰਥ ਆ ਜਾਂਦੀ ਹੈ ਮੈਟਾਮਰਿਜ਼ਮ। ਤੇ ਲਾਸਟ ਆ ਜਾਂਦੀ ਆ ਟੌਟੋਮਰਿਜ਼ਮ, ਠੀਕ ਹੈ। ਇਹ ਵਾਲੀਆਂ ਆ ਜਾਂਦੀਆਂ ਚੇਨ ਆਈਸੋਮਰਿਜ਼ਮ ਆ, ਪੋਜੀਸ਼ਨ ਆਈਸੋਮਰਿਜ਼ਮ ਆ, ਫੰਕਸ਼ਨਲ ਆਈਸੋਮਰਿਜ਼ਮ ਆ, ਮੈਟਾਮਰਿਜ਼ਮ ਆ ਅਤੇ ਟੌਟੋਮਰਿਜ਼ਮ ਆ। ਇਹ ਸਾਰੀਆਂ ਸਟਰਕਚਰਲ ਆਈਸੋਮਰਸ ਦਾ ਪਾਰਟ ਆ। ਸਟਰਕਚਰਲ ਆਈਸੋਮਰਿਜ਼ਮ ਦੀਆਂ ਅੱਗੇ 5 ਕਲਾਸੀਫਿਕੇਸ਼ਨ ਆ: ਚੇਨ ਆਈਸੋਮਰਿਜ਼ਮ, ਪੋਜੀਸ਼ਨ ਆਈਸੋਮਰਿਜ਼ਮ, ਫੰਕਸ਼ਨਲ ਆਈਸੋਮਰਿਜ਼ਮ, ਮੈਟਾਮਰਿਜ਼ਮ ਐਂਡ ਟੌਟੋਮਰਿਜ਼ਮ। ਓਕੇ ਬੇਟਾ, ਫਸਟ ਆ ਜਾਂਦੀ ਹੈ ਚੇਨ ਆਈਸੋਮਰਿਜ਼ਮ। ਚੇਨ ਆਈਸੋਮਰਿਜ਼ਮ ਕਿਹੜੀ ਆਉਂਦੀ ਹੈ? ਜਿਹਦੇ ਵਿੱਚ ਮੋਲੀਕੂਲਰ ਫਾਰਮੂਲਾ ਸੇਮ ਹੁੰਦਾ, ਹੈਵਿੰਗ ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰ ਇਨ ਕਾਰਬਨ ਐਟਮ ਚੇਨ। ਜਿਹੜੀ ਕਾਰਬਨ ਐਟਮ ਚੇਨ ਆ ਉਹਦੇ ਵਿੱਚ ਡਿਫਰੈਂਸ ਹੁੰਦਾ ਹੈ, ਠੀਕ ਹੈ। ਜਿੱਦਾਂ ਆਪਾਂ ਫਸਟ ਐਗਜ਼ਾਮਪਲ ਇਹਦੇ ਵਿੱਚ ਲੈ ਕੇ ਚੱਲਦੇ ਪਏ ਹਾਂ C4H10, ਠੀਕ ਹੈ। ਤੁਹਾਡੇ ਕੋਲ ਇੱਕ ਕੰਪਾਊਂਡ ਆ, ਉਹਦੇ ਵਿੱਚ ਕਾਰਬਨ 4 ਆ, ਹਾਈਡਰੋਜਨ 10 ਆ, ਠੀਕ ਹੈ। ਇਹਦੀ ਫਸਟ ਪੋਸੀਬਿਲਿਟੀ ਕੀ ਹੋ ਸਕਦੀ ਆ? CH3 CH2 CH2 CH3। ਬੇਸਿਕਲੀ ਤੁਸੀਂ ਇਹਨੂੰ ਪਤਾ ਕਿਸ ਤਰ੍ਹਾਂ ਐਡ ਕਰਨਾ? ਸਭ ਤੋਂ ਪਹਿਲਾਂ ਕਾਰਬਨਸ ਲਗਾਓ, ਕਿ ਇੱਕ ਤਾਂ ਪੋਸੀਬਿਲਿਟੀ ਹੋ ਸਕਦੀ ਹੈ। ਦੂਸਰੀ ਪੋਸੀਬਿਲਿਟੀ ਕੀ ਹੋ ਸਕਦੀ ਹੈ? 3 ਕਾਰਬਨ ਇਸ ਤਰ੍ਹਾਂ ਲਗਾ ਲਓ, 1 ਕਾਰਬਨ ਇਹ ਲਗਾ ਲਓ, ਠੀਕ ਹੈ ਨਾ। ਇਹ 2 ਪੋਸੀਬਿਲਿਟੀਜ਼ ਹੀ ਬਣਦੀਆਂ। ਫਿਰ ਇਹਦੇ ਹਾਈਡਰੋਜਨ ਪੂਰੇ ਕਰ ਦਿਓ, 1 ਬੌਂਡ ਬਣ ਗਿਆ, 3 ਹਾਈਡਰੋਜਨ, 2 ਬੌਂਡਸ, 2 ਹਾਈਡਰੋਜਨ, 2 ਬੌਂਡ, 2 ਹਾਈਡਰੋਜਨ, 1 ਬੌਂਡ, 3 ਹਾਈਡਰੋਜਨ। ਇਹਦਾ ਨਾਮ ਕੀ ਬਣਦਾ ਪਿਆ? ਬਿਊਟੇਨ। ਜੇ ਆਪਾਂ ਇੱਧਰ ਗੱਲ ਕਰਦੇ ਪਏ, ਸਿੰਗਲ ਬੌਂਡ ਆ, ਠੀਕ ਹੈ, 3 ਹਾਈਡਰੋਜਨ, ਸਿੰਗਲ ਬੌਂਡ ਆ, 3 ਹਾਈਡਰੋਜਨ, ਸਿੰਗਲ ਬੌਂਡ, 3 ਹਾਈਡਰੋਜਨ, ਠੀਕ ਹੈ। ਅਤੇ ਇਹਦੇ ਨਾਲ 1 ਹਾਈਡਰੋਜਨ ਲਗਾ ਦਿਓ। ਇਹਦਾ ਨਾਮ ਬਣਦਾ ਪਿਆ 2 ਮਿਥਾਈਲ ਪ੍ਰੋਪੇਨ। ਹੁਣ ਜਿਹੜਾ ਇਹ ਵਾਲੀ ਸਟਰਕਚਰ ਐਂਡ ਇਹਨਾਂ ਨੂੰ ਆਪਾਂ ਕੋਲੈਕਟਿਵਲੀ, ਦੋਨਾਂ ਨੂੰ ਜਦੋਂ ਆਪਾਂ ਕੰਪੇਅਰ ਕਰਦੇ ਹਾਂ, ਇਹਨਾਂ ਨੂੰ ਆਪਾਂ ਕੋਲੈਕਟਿਵਲੀ ਬੋਲਦੇ ਹਾਂ ਦੀਸ ਬੋਥ ਆਰ ਚੇਨ ਆਈਸੋਮਰਿਜ਼ਮ ਜਾਂ ਚੇਨ ਆਈਸੋਮਰਸ। ਇਹ ਦੋਨੋਂ ਕਿਆ ਆ? ਚੇਨ ਆਈਸੋਮਰਸ ਆ, ਠੀਕ ਹੈ। ਇੱਦਾਂ ਹੀ ਆਪਾਂ ਇੱਕ ਹੋਰ ਐਗਜ਼ਾਮਪਲ ਕਰ ਸਕਦੇ ਹਾਂ C5H
12, ठीक है। एक एक सैंपल करनी है, ध्यान नाल देख लियो। सब तो पहला 5 कार्बन एटम बिल्कुल स्ट्रेट लगा दिओ, ठीक है, सीधे। H3 H2 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 ते H3 ये बन गया, ठीक है। होर हो सकता है 4 इस तरह लगा दिओ, एक इधर लगा दिओ, ठीक है। H3 इधर H2 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 नहीं आना इतने, H3 ठीक है, क्योंकि 1 2 3 बॉन्ड बनाए हुए, एक ये हाइड्रोजन लगना, ठीक है। तो होर पॉसीबिलिटी की हो सकती है, 1 2 3 एक उपर एक नीचे, ये हाइड्रोजन लगा दिओ H3। कार्बन 4 बॉन्ड बनाता है, एक बॉन्ड आ लग गया, 3 हाइड्रोजन लगा देनी है, एक बॉन्ड 3 हाइड्रोजन, एक बॉन्ड 3 हाइड्रोजन, ठीक है ना। ये C5H12 ਦੇ 3 ਜਿਹੜੀਆਂ ਸਟਰਕਚਰਸ ਬਣਦੀਆਂ ਇਹਨਾਂ ਨੂੰ ਕਲੈਕਟਿਵਲੀ ਆਪਾਂ ਬੋਲਦੇ ਹਾਂ ਥੀਸ ਆਰ 3 ਚੇਨ ਆਈਸੋਮਰ ਆਫ C5H12। ਜੇ ਇਹਦਾ ਨਾਮ ਲਿਖਣਾ ਹੋਵੇ, ਠੀਕ ਹੈ ਨਾ, ਇਹ ਪੈਂਟੇਨ ਬਣ ਜਾਣੀ ਹੈ 2 ਮਿਥਾइल ਬਿਊਟੇਨ, ठीक है। ਇਹਦਾ 2 ਡਾਈ ਮਿਥਾइल ਪ੍ਰੋਪੇਨ, ठीक है। नेम लिख ही दिंने, ਇਹਦਾ ਨਾਮ क्या बन गया, ਪੈਂਟੇਨ, ठीक है। ਹੁਣ ਦੇਖੋ ਇਹਦਾ ਵਿੱਚ 2 मिथाइल ब्यूटेन एंड लास्ट वन 2 डाई मिथाइल प्रोपेन, ठीक है। ये चीज़ां बनदियां पईयां, इन्हां नूं आपां क्या बोलते पे हाँ, चेन आइसोमर। इन्हां दे विच कार्बन एटम दा अरेंजमेंट वखरा, बट मॉलिक्यूलर फार्मूला सारियां दे विच कार्बन 5 आ, हाइड्रोजन 12 आ। इन्हां नूं आपां क्या बोलते पे हाँ, चेन आइसोमर्स, ठीक है। ਇੱਦਾਂ ਹੀ ਇਹ ਆਪਾਂ ਐਲਕੇਨ ਦੇ ਵਿੱਚ ਪੜ੍ਹੇ ਆ, ਇੱਦਾਂ ਹੀ ਐਲਕੀਨ ਦੇ ਵਿੱਚ ਆ ਜਾਣੇ ਆ, ਐਲਕਾਈਨ ਦੇ ਵਿੱਚ ਆ ਜਾਣੇ ਆ, ਠੀਕ ਹੈ। ਸਿੰਪਲ ਹੀ ਆ ਸਾਰਿਆਂ ਦੇ ਵਿੱਚ। ਸੈਕਿੰਡ ਆਪਾਂ ਕਰਾਂਗੇ ਪੋਜੀਸ਼ਨ ਆਈਸੋਮਰਿਜ਼ਮ। ਬੇਟਾ ਪੋਜੀਸ਼ਨ ਆਈਸੋਮਰਿਜ਼ਮ ਕੀ ਆ ਜਾਂਦੀ ਹੈ, ਜਿਨ੍ਹਾਂ ਦਾ ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰ ਇਨ ਪੋਜੀਸ਼ਨ। ਡਬਲ ਬੌਂਡ ਜਾਂ ਟ੍ਰਿਪਲ ਬੌਂਡ ਦੀ ਪੋਜੀਸ਼ਨ ਦੇ ਵਿੱਚ ਡਿਫਰੈਂਸ ਹੋ ਸਕਦਾ ਹੈ, ਠੀਕ ਹੈ। फस्ट ਇਹਦਾ ਇੱਕ एग्जाम्पल ਆਪਾਂ ਲੈ ਕੇ ਚੱਲਾਂਗੇ C4H8, ठीक है। C4H8 ਆ, ਜੇ ਆਪਾਂ ਇਹਨੂੰ ਡਰਾ ਕਰੀਏ ਇਹ ਬਣਦੀ ਪਈ ਆ CH3 ठीक है। देखो 1 2 3 4 4 कार्बन एटम्स, 3 5 6 7 8, ठीक है ना, 8 हाइड्रोजनस। ਇਹਦਾ ਨਾਮ क्या ਬਣਦਾ ਪਿਆ, ब्यूट1इन, ठीक है। ਇਹਦੀ ਜਿਹੜੀ ਪੋਜੀਸ਼ਨ ਆਈਸੋਮਰ ਬਣਨਾ ब्यूट1इन ਦਾ ਬਣਨਾ ब्यूट2इन। ਮੈਂ ਤੁਹਾਨੂੰ ਪਹਿਲਾਂ ਲਿਖ ਕੇ ਉਹਦੇ ਬਾਅਦ 'ਚ ਹੀ ਡਰਾ ਕਰਦੇ ਹਾਂ, ठीक है। CH डबल बॉन्ड CH CH3 CH3, ठीक है। ਹੁਣ ਦੇਖੋ ਇਹਦੇ ਵਿੱਚ ਡਬਲ ਬੌਂਡ ਦੀ ਪੋਜੀਸ਼ਨ ਫਸਟ ਕਾਰਬਨ ਐਟਮ ਤੇ ਹੈ, ਇਹਦੇ ਵਿੱਚ ਡਬਲ ਬੌਂਡ ਸਟਾਰਟ ਹੁੰਦਾ ਪਿਆ ਸੈਕਿੰਡ ਕਾਰਬਨ ਐਟਮ ਤੋਂ। ਜੇ ਆਪਾਂ ਨੰਬਰਿੰਗ ਕਰੀਏ 1 2 3 4, ਫਸਟ ਤੋਂ ਸਟਾਰਟ ਹੋ ਰਿਹਾ, ਇਹਦੇ ਵਿੱਚ 1 2 3 4 ਸੈਕਿੰਡ ਤੋਂ ਸਟਾਰਟ ਹੋ ਰਿਹਾ। ਮਤਲਬ ਕਿ ਪੋਜੀਸ਼ਨ ਦੇ ਵਿੱਚ ਡਿਫਰੈਂਸ ਆ ਰਹੀ ਹੈ, ਬਟ ਇਹਨਾਂ ਦਾ ਮੋਲੀਕੂਲਰ ਫਾਰਮੂਲਾ ਦਾ ਦੋਨਾਂ ਦਾ ਕੀ ਹੈ, C4H8। ਇਹ ਵੀ C4H8 ਆ, ਇਹ ਵੀ C4H8 ਆ, बट ये डबल बॉन्ड फस्ट पोजीशन ते, ये डबल बॉन्ड सैकेंड पोजीशन ते है। इन्हों कलैक्टिवली आप बोलेंगे पोजीशन आइसोमर्स। क्या बोलेंगे, पोजीशन आइसोमर्स, ओके बेटा। थोड़ा इदा भी कह सकता, ड्रॉ द आइसोमर्स ऑफ दिस कंपाउंड, ठीक है ना, C2H4Cl2। ये पोजीशन आइसोमर्स ड्रॉ करो। हुण तुसीं किस तरह करनी, सब तो पहला देखो कितनी कार्बन एटम्स आ, 2 कार्बन एटम है, ठीक है। Cl भी कितनी है, 2, एक Cl इधर लगा दो, एक Cl इस साइड लगा दो, ठीक है। हाइड्रोजन 4 आ, 1 हाइड्रोजन 2 हाइड्रोजन 3 हाइड्रोजन 4 हाइड्रोजन, ये बन गया, ठीक है। जे हुण आपां इहदे विच देखिए इहदा नाम की बनदा पिया 1 2, मतलब कि नंबरिंग की 1 2, एक 1 ते लगा, एक 2 ते लगा, 1 2 डाई क्लोरो ईथेन, ये नेम बनिया, ठीक है। जे हुण आपां इहदा पोजीशन आइसोमर बनाना होवे,
ਹੁਣ 2 ਕਾਰਬਨ ਐਟਮ ਆ, ਜਾਂ ਤਾਂ ਇੱਕ ਇੱਥੇ ਲੱਗ ਗਿਆ ਇੱਕ ਇੱਥੇ ਲੱਗ ਗਿਆ। ਹੁਣ ਦੋਨੋਂ, ਇਹ ਦੂਸਰੀ ਪੋਸੀਬਿਲਿਟੀ ਕੀ ਆ, ਦੋਨੋਂ ਇੱਕ ਤੇ ਹੀ ਜੁੜੇ ਹੋਏ ਆ, ਠੀਕ ਹੈ। ਉਹ ਪੋਸੀਬਿਲਿਟੀ ਕਿਸ ਤਰ੍ਹਾਂ ਆਉਂਦੀ ਪਈ ਆ, Cl ਇੱਧਰ, ਦੂਸਰਾ Cl ਵੀ ਇੱਧਰ ਲਗਾ ਦਿਓ, ਹਾਈਡਰੋਜਨ ਲਗਾ ਦਿਓ, ਪੂਰੇ ਕਰ ਦਿਓ, ਹਾਈਡਰੋਜਨ ਲਗਾ ਦਿੱਤੇ, ਠੀਕ ਹੈ। ਹੁਣ ਦੇਖੋ ਇਹਦਾ ਨਾਮ ਆਪਾਂ ਕੀ ਲਿਖਣਾ ਹੈ, ਇਹਦਾ ਨਾਮ ਆਣਾ ਹੈ 1,2 ਡਾਈਕਲੋਰੋ ਈਥੇਨ। ਇਹ ਦੋਨਾਂ ਨੂੰ ਕਲੈਕਟਿਵਲੀ ਆਪਾਂ ਕਿਆ ਬੋਲਦੇ ਪਏ ਹਾਂ, ਪੋਜੀਸ਼ਨ ਆਈਸੋਮਰਸ ਆ ਇਹ, ਠੀਕ ਹੈ। ਇਹਦੇ ਵਿੱਚ 1 ਤੇ ਫਸਟ ਤੇ ਸੈਕਿੰਡ ਪੋਜੀਸ਼ਨ ਤੇ ਕਲੋਰੋ ਲੱਗੀ ਹੋਈ ਹੈ, ਇਹਦੇ ਵਿੱਚ ਦੋਨੋਂ ਫਸਟ ਕਾਰਬਨ ਐਟਮ ਦੇ ਫਸਟ ਪੋਜੀਸ਼ਨ ਤੇ ਦੋਨੋਂ ਕਲੋਰਾਈਡ ਗਰੁੱਪ ਜੁੜੇ ਹੋਏ ਆ, ਠੀਕ ਹੈ। ਇਸ ਤਰ੍ਹਾਂ ਚੱਲਣਾ ਆ। ਪੋਜੀਸ਼ਨ ਆਈਸੋਮਰ ਜਿਹੜਾ ਔਰਥੋ ਮੈਟਾ ਪੈਰਾ ਦੇ ਅਕੋਰਡਿੰਗ ਵੀ ਆ ਸਕਦਾ, ਠੀਕ ਹੈ। ਮੰਨ ਲਓ ਤੁਹਾਨੂੰ ਕਹਿਣ ਕਿ ਡਰਾਅ ਦਾ ਪੋਜੀਸ਼ਨ ਆਈਸੋਮਰਸ ਆਫ ਦਿਸ ਕੰਪਾਊਂਡ, ਠੀਕ ਹੈ, CH3, ਕਿ ਇਹਦੇ ਆਈਸੋਮਰ ਡਰਾਅ ਕਰੋ, ਠੀਕ ਹੈ ਨਾ। ਤੁਸੀਂ ਕੀ ਕਰਨਾ, ਇੱਕ CH3 ਇੱਧਰ ਲੱਗਾ, ਦੂਸਰੇ ਨੂੰ ਆਹ ਪੋਜੀਸ਼ਨ ਤੇ ਲਗਾ ਦਿਓ, ਠੀਕ ਹੈ। ਸਿਰਫ ਪੋਜੀਸ਼ਨ ਚੇਂਜ ਹੋ ਰਹੀ ਹੈ, ਜਿਸ ਕੇਸ ਦੇ ਵਿੱਚ ਸਿਰਫ ਪੋਜੀਸ਼ਨ ਚੇਂਜ ਹੋ ਰਹੀ ਆ ਉਹਨੂੰ ਆਪਾਂ ਕਿਆ ਬੋਲਦੇ ਪਏ ਆ, ਪੋਜੀਸ਼ਨ ਆਈਸੋਮਰਸ, ਠੀਕ ਹੈ, ਜਾਂ ਪੋਜੀਸ਼ਨ ਆਈਸੋਮਰਿਜ਼ਮ। ਇਹਦਾ ਨਾਮ ਜ਼ਾਈਲੀਨ ਹੁੰਦਾ, ਇਹਨੂੰ ਆਪਾਂ ਬੋਲਾਂਗੇ ਔਰਥੋਜ਼ਾਈਲੀਨ, ਠੀਕ ਹੈ। ਦਿਸ ਵਨ ਮੈਟਾਜ਼ਾਈਲੀਨ ਐਂਡ ਪੈਰਾਜ਼ਾਈਲੀਨ, ਓਕੇ ਬੇਟਾ। ਨੈਕਸਟ ਹੈਗਾ ਫੰਕਸ਼ਨਲ ਆਈਸੋਮਰਿਜ਼ਮ। ਫੰਕਸ਼ਨਲ ਆਈਸੋਮਰਿਜ਼ਮ ਕਿਹੜੇ ਹੁੰਦੇ ਆ, ਵਿਚ ਹੈਵ ਸੇਮ ਮੋਲੀਕੂਲਰ ਫਾਰਮੂਲਾ ਬਟ ਡਿਫਰੈਂਟ ਫੰਕਸ਼ਨਲ ਗਰੁੱਪ। ਉਹਨਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਆ ਬਟ ਉਹਨਾਂ ਦੇ ਫੰਕਸ਼ਨਲ ਗਰੁੱਪ ਵੱਖਰੇ ਵੱਖਰੇ ਹੋ ਸਕਦੇ ਆ, ਠੀਕ ਹੈ। ਜਿੱਦਾਂ ਉਹਨੇ ਕਹਿਣਾ ਡਰਾਅ the functional isomerism of this compound C2H6O, ਠੀਕ ਹੈ। ਇੱਕ ਤਾਂ ਫਸਟ ਪੋਸੀਬਿਲਿਟੀ ਦੇਖੋ ਕਿਸ ਤਰ੍ਹਾਂ ਡਰਾ ਹੋ ਸਕਦਾ, C2 ਆ, ਠੀਕ ਹੈ, ਇੱਕ O ਲੱਗੀ ਹੋਈ ਹੈ, ਇੱਧਰ O ਲਗਾ ਦਿਓ, ਠੀਕ ਹੈ। ਇਹਦੇ ਨਾਲ H ਲਗਾ ਦਿਓ, ਉਹਦੇ ਬਾਅਦ ਹਾਈਡਰੋਜਨ ਪੂਰੀਆਂ ਕਰ ਦਿਓ, 1 2 3, ਇੱਕ ਇੱਧਰ ਲੱਗ ਗਈ ਇੱਕ ਇੱਧਰ ਲੱਗ ਗਈ, ਠੀਕ ਹੈ। ਇਹਨੂੰ ਥੋੜ੍ਹਾ ਸਹੀ ਕਰਕੇ ਲਿਖ ਲਈਏ ਸ਼ਾਰਟ ਫਾਰਮ ਦੇ ਵਿੱਚ, ਕੀ ਬਣ ਗਿਆ, ਕਿਹੜਾ ਫੰਕਸ਼ਨਲ ਗਰੁੱਪ ਬਣ ਗਿਆ, ਇਹ ਐਲਕੋਹਲ ਬਣ ਗਿਆ, ਠੀਕ ਹੈ। ਇਹਦਾ ਨਾਮ ਲਿਖ ਦਿਓ ਈਥੇਨੋਲ। ਹੋਰ ਇੱਕ ਕੰਪਾਊਂਡ ਤੋਂ ਕੀ ਬਣ ਸਕਦਾ, ਠੀਕ ਹੈ ਨਾ, ਮੈਨੂੰ ਪਤਾ ਹੈ ਬਟ ਤੁਸੀਂ ਵੀ ਦੇਖ ਲੈਣਾ। ਹੁਣ ਜਿਹੜੀ ਆਕਸੀਜਨ ਲਗਾਈ ਹੈ ਦੋਨੋਂ ਕਾਰਬਨ ਐਟਮਸ ਦੇ ਵਿੱਚ ਲਗਾ ਦਿਓ, H3 ਇਹਦੇ ਨਾਲ ਲਗਾ ਦਿਓ, H3 ਇਹਦੇ ਨਾਲ ਲੱਗ ਕੇ ਬਣ ਗਿਆ CH3OCH3, ਠੀਕ ਹੈ। ਇਹਦਾ ਨਾਮ ਹੁੰਦਾ ਮਿਥੋਕਸੀ ਮੀਥੇਨ। ਇਹ ਵਾਲਾ ਮਿਥੋਕਸੀ ਗਰੁੱਪ ਹੈ, ਇਹਨੂੰ ਕਿਆ ਬੋਲਾਂਗੇ, ਮੀਥੇਨ, ਮਿਥੋਕਸੀ ਮੀਥੇਨ। ਹੁਣ ਦੇਖੋ ਇਹਦੇ ਵਿੱਚ ਫੰਕਸ਼ਨਲ ਗਰੁੱਪ ਕਿਹੜਾ ਹੈ, ਐਲਕੋਹਲ ਹੈ, ਠੀਕ ਹੈ। ਤੇ ਇਹਦੇ ਵਿੱਚ ਫੰਕਸ਼ਨਲ ਗਰੁੱਪ ਇਹਨੂੰ ਬੋਲਦੇ ਆ ਆਪਾਂ ਈਥਰ, ਕਿਆ ਬੋਲਦੇ ਆ, ਈਥਰ। ਮੋਲੀਕੂਲਰ ਫਾਰਮੂਲਾ ਸੇਮ ਆ ਬਟ ਇਹਦੇ ਵਿੱਚ ਫੰਕਸ਼ਨਲ ਗਰੁੱਪ ਕੀ ਆ, ਐਲਕੋਹਲਿਕ ਫੰਕਸ਼ਨਲ ਗਰੁੱਪ ਹੈ, ਇਹਦੇ ਵਿੱਚ ਕਿਆ ਆ, ਈਥਰ ਆ। ਇਸ ਤਰ੍ਹਾਂ ਤੁਹਾਨੂੰ ਆ ਸਕਦਾ ਹੈ, ਠੀਕ ਹੈ। ਇੱਕ ਹੋਰ ਕੰਪਾਊਂਡ ਦੇਖੋ, ਹੁਣ ਉਹ ਇੱਦਾਂ ਕਹਿ ਸਕਦਾ ਡਰਾਅ ਫੰਕਸ਼ਨਲ ਆਈਸੋਮਰ, ਇਹਦੇ ਮਤਲਬ ਕੀਟੋਨ ਤੇ ਐਲਡੀਹਾਈਡ ਵਾਲੇ ਡਰਾਅ ਕਰੋ, ਠੀਕ ਹੈ। ਹੁਣ ਕੀਟੋਨ ਦੇ ਵਿੱਚ ਕਾਰਬਨ 3 ਆ, ਜੇ ਆਪਾਂ ਕੀਟੋਨ ਡਰਾਅ ਕਰਨਾ ਹੋਵੇ ਜਿਹੜੀ ਸੈਂਟਰ ਵਾਲੀ ਕਾਰਬਨ ਆ ਉਹਦੇ ਤੇ ਡਬਲ ਬੌਂਡ ਉਹ ਲਗਾ ਦੇਣਾ, H3H6 ਆ, ਠੀਕ ਹੈ। 3H ਇੱਧਰ ਲਗਾ ਦਿਓ, 3H ਇੱਧਰ ਲਗਾ ਦਿਓ। ਹੁਣ ਇਹ ਕੀ ਬਣ ਗਿਆ, ਕੀਟੋਨ ਬਣ ਗਿਆ, ਠੀਕ ਹੈ। ਜੇ ਹੁਣ ਆਪਾਂ ਇਹਦਾ ਹੀ ਐਲਡੀਹਾਈਡ ਬਣਾਉਣਾ ਹੋਵੇ ਹੁਣ ਜਿਹੜਾ ਕੀਟੋਨ ਗਰੁੱਪ ਲਗਾਉਣਾ, ਇਹ ਕਾਰਬੋਨਿਲ ਗਰੁੱਪ ਲਗਾਉਣਾ, ਇਹ ਸਾਈਡ ਵਾਲੇ ਤੇ ਲਾਣਾ, ਠੀਕ ਹੈ। ਇੱਧਰ H ਲਗਾ ਦਿਓ, H3 ਇਹਦੇ ਨਾਲ H2, ਠੀਕ ਹੈ। ਇਸ ਤਰ੍ਹਾਂ ਬਣ ਜਾਂਦਾ ਹੈ। ਇਹ ਕੀ ਬਣਿਆ, ਕੀਟੋਨਿਕ ਗਰੁੱਪ ਆ, ਕੀਟੋਨ ਆ, ਨੇਮਿੰਗ ਖੁਦ ਕਰ ਲਓ। ਇਹ ਕੀ ਬਣਿਆ, ਕੀਟੋਨ। ਇਹ ਕੀ ਬਣਿਆ, ਇਹਦੇ ਇੱਕ ਸਾਈਡ H ਲੱਗੀ ਹੋਈ ਹੈ, ਜਦੋਂ ਇੱਕ ਸਾਈਡ H ਲੱਗੀ ਹੋਵੇ ਆਪਾਂ ਉਹਨੂੰ ਕਿਆ ਬੋਲਦੇ ਹਾਂ, ਐਲਡੀਹਾਈਡ। ਮਤਲਬ ਕਿ ਇਹਨਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਆ, ਠੀਕ ਹੈ, ਬਟ ਫੰਕਸ਼ਨਲ ਗਰੁੱਪ ਇਹਦੇ ਵਿੱਚ ਕੀਟੋਨਿਕ, ਫੰਕਸ਼ਨਲ ਗਰੁੱਪ ਇਹਦੇ ਵਿੱਚ ਐਲਡੀਹਾਈਡਿਕ, ਠੀਕ ਹੈ। ਐਲਡੀਹਾਈਡ ਆ, ਕੀਟੋਨ ਆ, ਇਸ ਤਰ੍ਹਾਂ ਕੰਮ ਚੱਲਦਾ ਹੁੰਦਾ, ਠੀਕ ਹੈ। ਇਹਨਾਂ ਨੂੰ ਆਪਾਂ ਬੋਲਦੇ ਹਾਂ ਫੰਕਸ਼ਨਲ ਆਈਸੋਮਰਿਜ਼ਮ। ਮੇਰੇ ਅਕੋਰਡਿੰਗ 2 ਐਗਜ਼ਾਮਪਲਸ ਬਹੁਤ ਆ, ਠੀਕ ਹੈ। ਮਤਲਬ ਕਿ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਕਿ ਫੰਕਸ਼ਨਲ ਆਈਸੋਮਰਿਜ਼ਮ ਕਿਹੜੇ ਆ, ਪੋਜੀਸ਼ਨ ਆਈਸੋਮਰਿਜ਼ਮ ਕਿਹੜੇ ਆ, ਠੀਕ ਹੈ।
बेटा ਉਹਦੇ ਬਾਅਦ 'ਚ ਮੈਟਾਮਰਿਜ਼ਮ ਇਹ ਥੋੜਾ ਕੰਪਲੈਕਸ ਨੂੰ ਧਿਆਨ ਨਾਲ ਸਮਝਣਾ, ਠੀਕ ਹੈ। ਮੈਟਾਮਰਸ ਕਿਹੜੇ ਹੁੰਦੇ ਆ, ਕਹਿੰਦਾ ਡਿਫਰ ਵਿਦ ਰਿਸਪੈਕਟ ਟੂ ਨੇਚਰ ਆਫ ਐਲਕਾਈਲ ਗਰੁੱਪ। ਉਹਨਾਂ ਦੇ ਵਿੱਚ ਜਿਹੜੇ ਐਲਕਾਈਲ ਗਰੁੱਪ ਆ ਉਹਨਾਂ ਦਾ ਨੇਚਰ ਵੱਖਰਾ ਵੱਖਰਾ ਹੁੰਦਾ ਹੈ, ਠੀਕ ਹੈ। ਅਰਾਊਂਡ ਏ ਪਰਟੀਕੂਲਰ ਫੰਕਸ਼ਨਲ ਗਰੁੱਪ, ਮਤਲਬ ਕਿ ਜਿਹੜਾ ਫੰਕਸ਼ਨਲ ਗਰੁੱਪ ਆ ਉਹ ਸੇਮ ਰਹਿਣਾ, ਬਟ ਉਹਦੇ ਆਲੇ ਦੁਆਲੇ ਜਿਹੜੇ ਕਾਰਬਨ ਐਟਮ ਆ ਐਲਕਾਈਲ ਗਰੁੱਪ ਆ ਉਹਨਾਂ ਦਾ ਅਰੇਂਜਮੈਂਟ ਵੱਖਰਾ ਵੱਖਰਾ ਹੈ, ਠੀਕ ਹੈ। ਫਿਰ ਸੁਣ ਲਓ, ਮੈਟਾਮਰਸ ਡਿਫਰ ਵਿਦ ਦ ਨੇਚਰ ਆਫ ਐਲਕਾਈਲ ਗਰੁੱਪ। ਐਲਕਾਈਲ ਗਰੁੱਪ ਆ ਉਹਨਾਂ ਦਾ ਨੇਚਰ ਵੱਖਰਾ ਵੱਖਰਾ ਹੋ ਸਕਦਾ ਅਰਾਊਂਡ ਏ ਪਰਟੀਕੂਲਰ ਫੰਕਸ਼ਨਲ ਗਰੁੱਪ, ਠੀਕ ਹੈ। ਇਹਦੀ ਬੈਸਟ ਐਗਜ਼ਾਮਪਲ ਹੁੰਦੀ ਆ ਈਥਰ ਦੀ ਐਗਜ਼ਾਮਪਲ ਨਾਲ ਆਪਾਂ ਸਮਝ ਸਕਦੇ ਹਾਂ, ਠੀਕ ਹੈ। ਠੀਕ ਹੈ, ਮੰਨ ਲਓ ਇਹ ਇੱਕ ਈਥਰ ਆ, ਜੇ ਆਪਾਂ ਇਹਦਾ ਮੈਟਾਮਰ ਬਣਾਉਣਾ ਹੋਵੇ ਉਹਨੂੰ ਕਿਆ ਕਰਾਂਗੇ, ਇੱਧਰੋਂ ਇੱਕ CH3 ਚੱਕ ਕੇ ਜਾਂ CH2 ਚੱਕ ਕੇ ਉੱਧਰ ਲੈ ਜਾਓ, ਠੀਕ ਹੈ। ਇਹਦਾ ਕੀ ਬਣਾ ਸਕਦੇ ਹਾਂ, CH3O CH2 CH2 CH3। ਇਹ ਪੋਸੀਬਿਲਿਟੀ ਹੋ ਸਕਦੀ ਹੈ, ਜਾਂ ਆਪਾਂ ਇਹਦਾ ਹੋਰ ਲਿਖ ਸਕਦੇ ਹਾਂ CH3O CH3 CH3। ਹੁਣ ਦੇਖੋ ਜਿਹੜਾ ਇਹ ਵਾਲਾ ਈਥਰ ਆ ਇਹਦੇ ਇੱਧਰਲੇ ਪਾਸੇ CH2 CH3 CH2 CH3, ਠੀਕ ਹੈ। ਹੁਣ ਇਹਨਾਂ ਦੋਨਾਂ ਨੂੰ ਆਪਾਂ ਜਾਂ ਇਹਨਾਂ ਤਿੰਨਾਂ ਨੂੰ ਜਿਹੜਾ ਆਪਾਂ ਕਿਆ ਬੋਲਦੇ ਹਾਂ, ਮੈਟਾਮਰਿਜ਼ਮ ਬੋਲਦੇ ਹਾਂ। ਇਹਦੇ ਵਿੱਚ ਕੀ ਕੀਤਾ, ਮਤਲਬ ਕਿ ਹੈਗਾ ਈਥਰ ਹੀ ਆ, ਬਟ ਇੱਕ ਕਾਰਬਨ ਐਟਮ ਆਪਾਂ ਇੱਧਰੋਂ ਚੱਕ ਕੇ ਇਸ ਸਾਈਡ ਲੈ ਗਏ। ਜਿਹਦਾ ਫਾਰਮੂਲਾ ਦੇਖਿਆ ਜਾਵੇ, ਇਹਦਾ ਫਾਰਮੂਲਾ ਹੈਗਾ C4H10O, ਠੀਕ ਹੈ। ਸਾਰਿਆਂ ਦਾ ਮੋਲੀਕੂਲਰ ਫਾਰਮੂਲਾ ਸੇਮ ਆ, ਹੈਗੇ ਵੀ ਸਾਰੇ ਈਥਰ ਆ, ਬਟ ਕਾਰਬਨ ਜਾਂ ਐਲਕਾਈਲ ਗਰੁੱਪ ਆ ਜਿਹੜੇ ਉਹਦੇ ਆਲੇ ਦੁਆਲੇ ਫੰਕਸ਼ਨਲ ਗਰੁੱਪ ਦੇ, ਉਹਨਾਂ ਦਾ ਅਰੇਂਜਮੈਂਟ ਵੱਖਰਾ ਵੱਖਰਾ ਹੈ। ਸੇਮ ਫੰਕਸ਼ਨਲ ਗਰੁੱਪ ਆ ਬਟ ਡਿਫਰ ਇਨ ਐਲਕਾਈਲ ਗਰੁੱਪ ਅਰਾਊਂਡ ਏ ਪਰਟੀਕੂਲਰ ਫੰਕਸ਼ਨਲ ਗਰੁੱਪ, ਮਤਲਬ ਫੰਕਸ਼ਨਲ ਗਰੁੱਪ ਦੇ ਆਲੇ ਦੁਆਲੇ ਜਿਹੜੇ ਐਲਕਾਈਲ ਗਰੁੱਪਸ ਆ ਉਹ ਵੱਖਰੇ ਵੱਖਰੇ ਆ। ਇਹਨਾਂ ਨੂੰ ਆਪਾਂ ਕਲੈਕਟਿਵਲੀ ਕਿਆ ਬੋਲਦੇ ਹਾਂ, ਮੈਟਾਮਰਿਜ਼ਮ। ਓਕੇ, ਧਿਆਨ ਨਾਲ ਸਮਝਣੀ ਹੈ ਇਹ, ਠੀਕ ਹੈ ਬੇਟਾ। ਉਹਦੇ ਬਾਅਦ 'ਚ 5th ਹੈ ਸਾਡੀ ਟੋਟੋਮਰਿਜ਼ਮ। ਟੋਟੋਮਰਿਜ਼ਮ ਇੱਕ ਕਿਸਮ ਦੀ, ਇੱਕ ਟਾਈਪ ਦੀ ਫੰਕਸ਼ਨਲ ਆਈਸੋਮਰਿਜ਼ਮ ਹੀ ਹੁੰਦੀ ਹੈ, ਠੀਕ ਹੈ ਨਾ। ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਆ, ਦੇਖ ਲੈਣਾ ਕੀ ਬੋਲਦਾ ਪਿਆ। ਟੋਟੋਮਰਸ ਆਰ ਐਕਚੁਅਲੀ ਫੰਕਸ਼ਨਲ ਆਈਸੋਮਰ ਵਿਚ ਐਗਜ਼ਿਸਟ ਸਾਈਮਲਟੇਨੀਅਸਲੀ। ਉਹ ਦੋਨੋਂ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਆ ਅਤੇ ਉਹਨਾਂ ਦੇ ਵਿੱਚ ਡਾਇਨਾਮਿਕ ਇਕੁਲਿਬਰੀਅਮ ਹੁੰਦਾ, ਉਹ ਇੱਕ ਦੂਸਰੇ ਤੋਂ ਦੂਸਰੀ ਪੋਜੀਸ਼ਨ ਦੇ ਵਿੱਚ ਚੇਂਜ ਕਰਦੇ ਆ, ਠੀਕ ਹੈ। ਇਹਨੂੰ ਆਪਾਂ ਕੀਟੋ ਇਨੋਲ ਫਾਰਮ ਵੀ ਬੋਲ ਦਿੰਦੇ ਆ। ਹੋਰ ਇਹਦਾ ਨਾਮ ਕਿਆ ਹੈ, ਕੀਟੋ ਇਨੋਲ ਫਾਰਮ। ਕੀਟੋ ਇਨੋਲ ਫਾਰਮ, ਕੀਟੋ ਇਨੋਲ ਫਾਰਮ ਕਿੱਦਾਂ, ਉਹ ਵੀ ਤੁਹਾਨੂੰ ਮੈਂ ਸਮਝਾ ਦਿੰਦਾ। ਜਿੱਦਾਂ ਦੇਖੋ, ਫਸਟ ਆਪਾਂ ਐਗਜ਼ਾਮਪਲ ਲਈ ਇੱਕ CH3C OH, ਇਹ ਕੰਪਾਊਂਡ ਆ, ਇਹਦੇ ਤੋਂ ਆਹ ਚੀਜ਼ ਬਣਦੀ ਹੈ, ਠੀਕ ਹੈ। ਇਹਦੇ ਤੋਂ ਆਹ ਚੀਜ਼ ਬਣ ਜਾਂਦੀ COH, ਇਹਨਾਂ ਦੇ ਵਿੱਚ ਡਬਲ ਬੌਂਡ ਆ ਜਾਂਦਾ, ਠੀਕ ਹੈ। ਇਹਦੇ ਤੋਂ ਇਹ ਚੀਜ਼ ਕਿਵੇਂ ਬਣਦੀ ਉਹ ਤੁਹਾਨੂੰ ਮੈਂ ਐਕਸਪਲੇਨ ਕਰ ਦਿੰਦਾ, ਧਿਆਨ ਨਾਲ ਦੇਖ ਲਿਓ, ਠੀਕ ਹੈ। ਇਹਦੇ ਵਿੱਚ ਹੁਣ ਦੇਖੋ ਫੰਕਸ਼ਨਲ ਗਰੁੱਪ ਕਿਹੜਾ ਆ, ਐਲਡੀਹਾਈਡ ਆ, ਠੀਕ ਹੈ। ਅਤੇ ਇਹਦੇ ਵਿੱਚ ਫੰਕਸ਼ਨਲ ਗਰੁੱਪ ਕਿਹੜਾ ਆ, ਐਲਕੋਹਲ ਆ। ਐਲਕੋਹਲ ਨੇ ਇਹਨੂੰ ਇਨੋਲ ਬੋਲਦੇ ਆ। ਇਨੋਲ ਕਾਹਤੇ ਬੋਲਦੇ ਆ ਉਹ ਵੀ ਮੈਂ ਦੱਸ ਦਿੰਦਾ। ਫਸਟ ਦੇਖ ਲਓ ਕਿ ਬਣਦੀ ਕਿੱਦਾਂ ਆ। CH3 ਆ, CH2 ਮੈਂ ਇਸ ਤਰ੍ਹਾਂ ਲਿਖ ਲਿਆ, ਇੱਕ H ਉੱਪਰ ਲਿਖਤਾ, ਡਬਲ ਬੌਂਡ ਨਹੀਂ ਸਿੰਗਲ ਹੀ ਆ, ਡਬਲ ਬੌਂਡ OH, ਠੀਕ ਹੈ। ਅਤੇ ਇਹਦੇ ਤੋਂ ਹੁੰਦਾ ਕੀ, ਇਹਨੂੰ ਸਮਝ ਲੈਣਾ, ਠੀਕ ਹੈ। ਬੇਸਿਕਲੀ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੁੰਦੀ, ਤੁਸੀਂ ਡਾਇਰੈਕਟ ਪੇਪਰ ਦੇ ਵਿੱਚ ਇੰਨੀ ਚੀਜ਼ ਹੀ ਲਿਖਣੀ ਹੈ, ਬਟ ਸਮਝ ਲੈਣਾ ਕਿ ਹੁੰਦਾ ਕਿਵੇਂ ਆ। ਜਿਹੜਾ ਆਹ ਵਾਲਾ H ਆ, ਇਹਨੇ ਇਹਦੇ ਨਾਲ ਬੌਂਡ ਬਣਾ ਲੈਣਾ, ਇਹ ਵਾਲੀ ਆਕਸੀਜਨ ਦੇ ਨਾਲ, ਅਤੇ ਆਹ ਵਾਲੇ ਡਬਲ ਬੌਂਡ ਨੇ ਇਸ ਸਾਈਡ ਸ਼ਿਫਟ ਹੋ ਜਾਣਾ। ਹੁਣ ਹੋਇਆ ਦੇਖੋ ਕਿ CH2, ਆਹ ਵਾਲਾ ਬੌਂਡ ਐਜ਼ ਇਟ ਇਜ਼ ਆ ਇੱਥੇ, ਓਕੇ, ਉੱਪਰ O, ਆਹ ਹਾਈਡਰੋਜਨ ਨੇ ਇਹਦੇ ਨਾਲ ਬੌਂਡ ਬਣਾ ਲਿਆ, ਮਤਲਬ H ਨੂੰ ਇੱਦਾਂ ਲਿਖਤਾ, ਅਤੇ ਜਿਹੜਾ ਆਹ ਵਾਲਾ ਡਬਲ ਬੌਂਡ ਸੀ ਉਹ ਇੱਧਰ ਆ ਗਿਆ, ਠੀਕ ਹੈ। ਇਹ H ਐਜ਼ ਇਟ ਇਜ਼ ਹੀ ਰਿਹਾ, ਠੀਕ ਹੈ। ਇਹਦੇ ਤੋਂ ਆਹ ਚੀਜ਼ ਬਣ ਗਈ ਉੱਪਰ ਵਾਲੀ, ਦੇਖ ਲਓ, ਠੀਕ ਹੈ। ਸਮਝ ਲੱਗ ਗਈ ਹੋਊਗੀ, ਨਹੀਂ ਤਾਂ ਇੱਕ ਵਾਰੀ ਫਿਰ ਦੇਖ ਲੈਂਦੇ, ਅੱਗੇ ਇੱਕ ਹੋਰ ਐਗਜ਼ਾਮਪਲ ਕਰਾਂਗੇ, ਠੀਕ ਹੈ। ਹੋਰ ਐਗਜ਼ਾਮਪਲ ਨਾਲ ਸਮਝਦੇ ਹਾਂ, ਠੀਕ ਹੈ ਬੇਟਾ। ਅਗਲੀ ਐਗਜ਼ਾਮਪਲ ਦੇਖ ਲਓ, CH3C ਡਬਲ ਬੌਂਡ O, ਇਹ ਕੀਟੋਨ ਆ,
ਇਹਦੇ ਤੋਂ ਕੀ ਬਣਦਾ ਪਿਆ ਇਹਦਾ, ਤੁਸੀਂ ਇਹ ਪੇਪਰ 'ਚ ਇੰਨੀ ਚੀਜ਼ ਹੀ ਲਿਖ ਕੇ ਆਣੀ ਹੈ। ਫੋਕਸ ਖਰਾਬ ਹੋ ਗਿਆ ਸੀ। OH ਪੇਪਰ ਦੇ ਵਿੱਚ ਤੁਸੀਂ ਇੰਨੀ ਚੀਜ਼ ਹੀ ਲਿਖ ਕੇ ਲੈ ਕੇ ਆਣੀ ਲਿਖਣੀ ਹੈ, ਠੀਕ ਹੈ। ਇਹ ਹੁੰਦਾ ਕਿੱਦਾਂ ਉਹਨੂੰ ਫਿਰ ਸਮਝ ਲਓ। CH2C ਡਬਲ ਬੌਂਡ O CH3, ਆਹ ਵਾਲੀ H ਮੈਂ ਉੱਪਰ ਲਿਖ ਦਿੱਤੀ, ਠੀਕ ਹੈ। ਹੋਇਆ ਕਿ ਇਹ ਵਾਲੀ H ਨੇ ਇਹਦੇ ਨਾਲ ਬੌਂਡ ਬਣਾਉਣਾ ਸ਼ੁਰੂ ਕਰ ਦਿੱਤਾ, ਠੀਕ ਹੈ। ਇਹ ਆਕਸੀਜਨ ਦੇ ਨਾਲ ਹਾਈਡਰੋਜਨ ਨੇ ਇਹਦੇ ਨਾਲ ਬੌਂਡ ਬਣਾਉਣਾ ਸ਼ੁਰੂ ਕਰ ਦਿੱਤਾ। ਆਹ ਵਾਲਾ ਬੌਂਡ ਇਸ ਸਾਈਡ ਸ਼ਿਫਟ ਹੋ ਗਿਆ। ਐਰੋ ਲਗਾਓ, ਠੀਕ ਹੈ। ਕਾਰਬਨ CH2 ਐਜ਼ ਇਟ ਇਜ਼ ਲਿਖ ਦਿੱਤਾ, ਉਧਰਲੇ ਪਾਸੇ CH3, ਇੱਕ ਆਕਸੀਜਨ। ਹੁਣ ਦੇਖੋ ਜਿਹੜੀ ਆਹ ਵਾਲੀ ਹਾਈਡਰੋਜਨ ਸੀ ਇਹਨੇ ਕਿਹਦੇ ਨਾਲ ਬੌਂਡ ਬਣਾ ਲਿਆ, ਇਹਨੇ ਆਕਸੀਜਨ ਦੇ ਨਾਲ ਬੌਂਡ ਬਣਾ ਲਿਆ। ਤੇ ਇੱਧਰ ਵਾਲਾ ਇੱਕ ਬੌਂਡ ਤਾਂ ਇਹਦੇ ਵਿੱਚ ਪਹਿਲਾਂ ਹੀ ਸੀ ਇਹ ਵਾਲਾ, ਠੀਕ ਹੈ। ਤੇ ਆਹ ਵਾਲਾ ਡਬਲ ਬੌਂਡ ਜਿਹੜਾ ਸੀਗਾ ਉਹ ਇੱਧਰੋਂ ਇੱਧਰ ਸ਼ਿਫਟ ਹੋ ਗਿਆ, ਇੱਥੇ ਡਿੱਗ ਪਿਆ, ਠੀਕ ਹੈ। ਹੁਣ ਦੇਖੋ ਜੇ ਆਪਾਂ ਇਹਦੀ ਗੱਲ ਕਰਦੇ, ਨਾਮ ਲਿਖ ਲੈਂਦੇ ਇਹਨੂੰ, ਉਹੀ ਚੀਜ਼ ਮੈਂ ਬਾਰ-ਬਾਰ ਲਿਖ ਰਿਹਾ। ਤੁਸੀਂ ਪੇਪਰ ਦੇ ਵਿੱਚ ਸਿਰਫ ਇੰਨਾ ਲਿਖ ਕੇ ਆਣਾ ਆ, OH। ਹੁਣ ਦੇਖੋ ਜੇ ਆਪਾਂ ਇਹਦਾ ਨਾਮ ਲਿਖਣਾ ਹੋਵੇ, ਇਹਦਾ ਨਾਮ ਆ ਜਾਂਦਾ ਪ੍ਰੋਪੇਨ 2-ਓਨ, ਠੀਕ ਹੈ। ਬੇਸਿਕਲੀ ਇਹਦੇ ਵਿੱਚ ਫੰਕਸ਼ਨਲ ਗਰੁੱਪ ਕਿਹੜਾ ਹੈ, ਕੀਟੋ ਜਾਂ ਕੀਟੋਨ। ਕਿਹੜਾ ਫੰਕਸ਼ਨਲ ਗਰੁੱਪ ਆ, ਕੀਟੋਨ ਹੀ ਬੋਲਦੇ ਆ, ਫੰਕਸ਼ਨਲ ਗਰੁੱਪ ਹੈਗਾ ਕੀਟੋਨ। ਤੇ ਇਹਦਾ ਨਾਮ ਕਿਆ ਲਿਖਾਂਗੇ, 1 2 3 ਲਈ ਪ੍ਰੋਪ, ਠੀਕ ਹੈ। 1 ਤੇ ਡਬਲ ਬੌਂਡ ਲੱਗਾ ਕਰਕੇ ਈਨ 2 ਓਲ, ਫੰਕਸ਼ਨਲ ਗਰੁੱਪ ਓਲ। ਹੁਣ ਜੇ ਆਪਾਂ ਲਾਸਟ ਵਾਲਾ ਪੜ੍ਹੀਏ ਕੀ ਬਣਦਾ ਪਿਆ, ENOL, ਠੀਕ ਹੈ। ਇਨੋਲ ਬਣ ਗਿਆ। ਇੱਧਰਲੇ ਪਾਸੇ ਕਿਹੜੀ ਸੀਗੀ, ਕੀਟੋ। ਇਹਨੂੰ ਆਪਾਂ ਬੋਲਦੇ ਹਾਂ ਕੀਟੋ ਇਨੋਲ ਫਾਰਮ। ਕਿਆ ਬੋਲਦੇ ਹਾਂ, ਕੀਟੋ ਇਨੋਲ ਫਾਰਮ। ਇਹ ਟੌਟੋਮਰਿਜ਼ਮ ਹੈ, ਤੁਹਾਨੂੰ ਚੰਗੀ ਤਰ੍ਹਾਂ ਕਰਨੀ ਆਣੀ ਚਾਹੀਦੀ ਆ। ਉਹ ਕਈ ਵਾਰੀ ਡਾਇਰੈਕਟ ਪੁੱਛ ਲੈਂਦੀ ਹੈ ਐਕਸਪਲੇਨ ਟੌਟੋਮਰਿਜ਼ਮ, ਠੀਕ ਹੈ। ਜਾਂ ਉਹਨੇ ਕਹਿ ਦੇਣਾ ਕਿ ਕੀਟੋ ਇਨੋਲ ਫਾਰਮ ਐਕਸਪਲੇਨ ਕਰੋ। ਰਿਐਕਸ਼ਨਸ ਦੇ ਵਿੱਚ ਆਣੀ ਹੈ, ਜਿਹੜਾ ਮੈਕੈਨਿਜ਼ਮ ਕਰਨੀ ਆ ਉਹਨਾਂ ਦੇ ਵਿੱਚ ਇਹ ਚੀਜ਼ ਆਣੀ ਆ, ਬਹੁਤ ਇੰਪੋਰਟੈਂਟ ਆ, ਠੀਕ ਹੈ। ਤੇ ਹੁਣ ਤੁਹਾਡੇ ਲਈ ਗਿਫਟ ਇੱਕ ਹੋਰ ਰਹਿ ਗਈ, ਆਈਸੋਮਰਿਜ਼ਮ 6ਵੀਂ, ਠੀਕ ਹੈ। ਉੱਪਰ ਨਹੀਂ ਲਿਖਿਆ ਮੈਂ ਇਹਨੂੰ। ਇਹ ਹੁੰਦੀ ਹੈ ਰਿੰਗ ਚੇਨ ਆਈਸੋਮਰਿਜ਼ਮ। ਰਿੰਗ ਚੇਨ ਆਈਸੋਮੈਰਿਜ਼ਮ ਕਾਫੀ ਇੰਪੋਰਟੈਂਟ ਆ, ਸੌਖੀ ਆ। ਇੰਪੋਰਟੈਂਟ ਤਾਂ ਨਹੀਂ ਹੈ ਵੈਸੇ, ਠੀਕ ਹੈ ਨਾ, ਇਹ ਤਾਂ ਉੱਦਾਂ ਹੀ ਫਲੋ 'ਚ ਕਿਆ ਹੋ ਗਿਆ, ਇੰਪੋਰਟੈਂਟ ਨਹੀਂ ਆ। ਹੁਣ ਦੇਖੋ ਰਿੰਗ ਚੇਨ ਤੋਂ ਹੀ ਕਲੀਅਰ ਹੈ, ਇੱਕ ਰਿੰਗ ਬਣਦੀ ਹੋਣੀ ਆ, ਦੂਸਰੇ ਪਾਸੇ ਚੇਨ ਹੋਣੀ ਆ, ਠੀਕ ਹੈ। ਪਹਿਲਾਂ ਰਿੰਗ ਬਣਾ ਲੈਂਦੇ ਆ, ਚੇਨ ਤਾਂ ਬਣਾ ਹੀ ਲੈਣੀ ਆਪਾਂ, ਠੀਕ ਹੈ। CH2 CH2 CH2, ਇਹਦਾ ਨਾਮ ਕੀ ਬਣ ਗਿਆ, ਸਾਈਕਲੋਪ੍ਰੋਪੇਨ। ਸਾਈਕਲੋਪ੍ਰੋਪੇਨ ਬਣ ਗਿਆ, ਠੀਕ ਹੈ। ਜੇ ਹੁਣ ਇਹ ਤਾਂ ਰਿੰਗ ਬਣੀ, ਜੇ ਚੇਨ ਬਣਾਉਣੀ ਹੋਵੇ, ਚੇਨ ਦੇ ਵਿੱਚ ਹੁਣ ਇਹਦੇ ਵਿੱਚ ਕਾਰਬਨ ਆਈਟਮ ਦੇਖੋ 1 2 3, 3 ਕਾਰਬਨ ਆਈਟਮ ਆ, ਹਾਈਡਰੋਜਨ ਕਿੰਨੇ ਆ, 6, ਠੀਕ ਹੈ। ਹੁਣ ਦੇਖੋ 1 2 3, ਇੱਕ ਵਿੱਚ ਡਬਲ ਬੌਂਡ ਲਾ ਲਿਓ, ਅਦਰਵਾਈਜ਼ ਸਾਡੇ ਹਾਈਡਰੋਜਨ ਪੂਰੇ ਨਹੀਂ ਹੋਣੇ। ਇੱਕ H ਇੱਧਰ ਲੱਗ ਗਿਆ, ਠੀਕ ਹੈ। ਇੱਕ H 3 ਹਾਈਡਰੋਜਨ ਇਹ ਲੱਗ ਗਏ, ਇੱਕ ਇਹ ਲੱਗ ਗਿਆ, ਇੱਕ ਆ ਲੱਗ, ਉਹ 2 ਲੱਗਣਾ ਇੱਥੇ, CH2, ਠੀਕ ਹੈ। ਇਹਦਾ ਨਾਮ ਕੀ ਬਣ ਗਿਆ, ਪ੍ਰੋਪੀਨ। ਇਹਨੂੰ ਯਾਦ ਰੱਖ ਲੈਣਾ, ਸਾਈਕਲੋਪ੍ਰੋਪੇਨ ਤੇ ਪ੍ਰੋਪੀਨ ਨੂੰ ਆਪਾਂ ਕੋਲੈਕਟਿਵਲੀ ਕਿਆ ਬੋਲਦੇ ਹਾਂ, ਰਿੰਗ ਚੇਨ ਆਈਸੋਮਰਿਜ਼ਮ, ਠੀਕ ਹੈ। ਸੌਖੀ ਹੈ, ਇੰਨੀ ਹੀ ਕਰਨੀ ਹੈ, ਜ਼ਿਆਦਾ ਨਹੀਂ ਕਰਨਾ ਇਹਦੇ ਵਿੱਚ ਬੇਟਾ। ਉਹਦੇ ਬਾਅਦ 'ਚ ਲਾਸਟ ਆ ਸਾਡਾ, ਠੀਕ ਹੈ, ਛੋਟਾ ਜਿਹਾ ਟੌਪਿਕ ਆ, ਇਹਨੂੰ ਜ਼ਿਆਦਾ ਡੀਪ ਨਹੀਂ ਜਾਣਾ ਆਪਾਂ। ਕਹਿੰਦਾ ਸਟੀਰੀਓ ਆਈਸੋਮਰਿਜ਼ਮ ਕਿਹੜੇ ਹੁੰਦੇ ਆ, ਇਹਦੇ ਵਿੱਚ ਯਾਦ ਰੱਖਣਾ, ਹੈਵਿੰਗ ਸੇਮ ਮੋਲੀਕੂਲਰ ਫਾਰਮੂਲਾ ਐਂਡ ਸੇਮ ਸਟਰਕਚਰਲ ਫਾਰਮੂਲਾ। ਮਤਲਬ ਕਿ ਮੋਲੀਕੂਲਰ ਫਾਰਮੂਲਾ ਵੀ ਸੇਮ ਆ ਤੇ ਸਟਰਕਚਰ ਵੀ ਸੇਮ ਆ, ਬਟ ਡਿਫਰਿੰਗ ਇਨ ਅਰੇਂਜਮੈਂਟ, ਡਿਫਰਿੰਗ ਇਨ ਰਿਲੇਟਿਵ ਅਰੇਂਜਮੈਂਟ ਆਫ ਐਟਮਸ ਇਨ ਸਪੇਸ। ਬਟ ਜਿਹੜਾ 3 ਡਾਇਮੈਂਸ਼ਨਲ ਸਪੇਸ ਆ ਉਹਦੇ ਵਿੱਚ ਜਿਹੜੇ ਐਟਮਸ ਆ ਉਹਨਾਂ ਦਾ ਅਰੇਂਜਮੈਂਟ ਅੱਗੇ ਪਿੱਛੇ ਆ। ਕੀ ਆ, ਸੇਮ ਮੋਲੀਕੂਲਰ ਫਾਰਮੂਲਾ, ਸੇਮ ਸਟਰਕਚਰਲ ਫਾਰਮੂਲਾ, ਬਟ ਜਿਹੜਾ ਡਿਫਰੈਂਸ ਕਿਹਦੇ ਵਿੱਚ ਆ,
ਜਿਹੜਾ ਅਰੇਂਜਮੈਂਟ ਆਫ ਐਟਮਸ ਇਨ ਸਪੇਸ ਮੈਂ 3 ਡਾਇਮੈਂਸ਼ਨਲ ਦੇ ਵਿੱਚ ਥੋੜ੍ਹੇ ਉੱਪਰ ਲੱਗੇ ਹੋਣਗੇ, ਮਤਲਬ ਕਿ ਜਿਹੜਾ ਸਪੇਸ ਦੇ ਵਿੱਚ ਐਟਮਸ ਦਾ ਅਰੇਂਜਮੈਂਟ ਆ ਉਹਦੇ ਵਿੱਚ ਡਿਫਰੈਂਸ ਆ। ਮੋਲੀਕੂਲਰ ਫਾਰਮੂਲਾ ਅਤੇ ਸਟਰਕਚਰਲ ਫਾਰਮੂਲਾ ਸੇਮ ਆ। ਇਹਦੀਆਂ ਅੱਗੇ 3 ਕਲਾਸੀਫਿਕੇਸ਼ਨਸ ਹੁੰਦੀਆਂ ਆ। ਜਿਓਮੈਟਰੀਕਲ ਆਈਸੋਮਰਿਜ਼ਮ ਹੁੰਦੀ ਆ, ਆਪਟੀਕਲ ਆਈਸੋਮਰਿਜ਼ਮ ਹੁੰਦੀ ਆ ਅਤੇ ਕਨਫੋਰਮੇਸ਼ਨਲ ਆਈਸੋਮਰਿਜ਼ਮ। +1 ਦੇ ਅਕੋਰਡਿੰਗ ਨਹੀਂ ਆ, ਤੁਸੀਂ ਇੰਨਾ ਹੀ ਕਰਨਾ ਇੱਥੇ ਤੱਕ, ਠੀਕ ਹੈ। ਬਾਕੀ ਜਿਹੜੀਆਂ +2 ਲਈ ਮੈਂ ਵੀਡੀਓਜ਼ ਪਾਉਣੀਆਂ ਉਹਦੇ ਵਿੱਚ ਮੇ ਵੀ ਇਹ ਟੌਪਿਕ ਕੰਪਲੀਟ ਹੋ ਜਾਣਗੇ, ਮੈਂ ਕਵਰ ਕਰਵਾ ਦੂੰਗਾ। ਓਕੇ, ਅੱਜ ਲਈ ਇੰਨਾ ਕਰ ਲੈਣਾ, ਕੱਲ੍ਹ ਆਪਾਂ ਅੱਗੇ ਕਰਾਂਗੇ। ਓਕੇ, ਥੈਂਕ ਯੂ ਬੇਟਾ।